सत श्री अकाल मेरे प्यारे बच्चों। ਅੱਜ ਆਪਾਂ 12ਵੀਂ ਕਲਾਸ ਦੇ ਮੈਥ ਦਾ 6ਵੇਂ ਚੈਪਟਰ ਦਾ ਪਾਰਟ 2 ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਕੁਝ ਐਗਜ਼ਾਮਪਲਾਂ ਦੇ ਸਾਨੂੰ ਕੁਝ ਸਮ ਕਰਾਉਂਗਾ। ਚਲੋ ਆਓ ਇਸ ਚੈਪਟਰ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਦੇਖੋ ਆਪਣੇ ਕੋਲ, the length of x of a rectangle is decreased at the rate of change 3 cm mint and the width y is increased at the rate of 2 cm of mint when x equal to 10 cm and y equal to 6 cm. Find the rates of change of number 1 the perimeter of a rectangle, the area of a rectangle। देखिए इसकी कहने की कोशिश कर रहे हूँ। कहना मान लो अपने को एक रेक्टेंगल है, रेक्टेंगल च लेंथ ते ब्रेथ विड्थ होंदी अपने को, लेंथ कहना यदि x है ते विड्थ दी की अपने को होगा। ਹੁਣ ਇਹ ਕੀ ਹੈ ਕਹਿੰਦਾ ਕੁਝ ਸਮੇਂ ਬਾਅਦ यानी कि ਇਹਦੇ ਵਿੱਚ ਕੀ ਹੈ ਬਦਲਾਅ ਆ ਰਿਹਾ, ਜਿਹੜੀ ਦੀ ਲੈਂਥ ਹੈ ਉਹ ਕੀ ਹੋ ਰਹੀ ਹੈ ਡਿਕਰੀਜ਼ ਹੋ ਰਹੀ ਹੈ, मतलब ਘਟ ਰਹੀ ਹੈ। ਲੈਂਥ ਕੀ ਹੋ ਰਹੀ ਹੈ ਘਟ ਰਹੀ ਹੈ ਕਿੰਨੇ ਹਿਸਾਬ ਨਾਲ 3 ਦਾ, यानी कि 1 ਮਿੰਟ ਦੇ ਵਿੱਚ ਜੇਕਰ 6 ਹੈ ਤਾਂ 1 ਮਿੰਟ ਦੇ ਵਿੱਚ ਕਿੰਨੇ ਤੇ ਪਹੁੰਚ ਜਾਏਗੀ, ਇਹ ਪਹੁੰਚ ਜਾਏਗੀ ਆਪਣੇ ਕੋਲ 3 ਤੇ, यानी कि हर मिनट बाद 3-3 सेंटीमीटर ਲੈਂਥ ਕੀ ਹੋਏਗੀ ਹਮੇਸ਼ਾ ਇਹ ਘਟਦੀ ਜਾਊਗੀ। ਇਸੇ ਤਰ੍ਹਾਂ ਕਹਿੰਦਾ ਜਿਹੜੀ ਬ੍ਰੈਥ ਹੈ ਉਹ ਕਹਿੰਦਾ ਇੰਕਰੀਜ਼ ਹੋ ਰਹੀ ਹੈ, ਵਧ ਰਹੀ ਹੈ। ਕੀ ਵਧ ਰਹੀ ਹੈ ਵੀ 2 ਸੈਂਟੀਮੀਟਰ ਹਰ ਇੱਕ ਮਿੰਟ ਦੇ ਵਿੱਚ ਵਧ ਰਹੀ ਹੈ, यानी कि ਜਿਹੜੀ ਲੰਬਾਈ ਹੈ ਉਹ ਵਧੀ ਆ ਰਹੀ ਹੈ। यानी कि 2 ਮਿੰਟ ਦੇ ਬਾਅਦ ਜਾਂ 3 ਮਿੰਟ ਦੇ ਬਾਅਦ ਦੇਖਾਂਗੇ ਤਾਂ ਇਹਦੇ ਚ ਲੰਬਾਈ ਚ ਕਿੰਨਾ ਫਰਕ ਪੈ ਜਾਊਗਾ, 2-2 ਸੈਂਟੀਮੀਟਰ ਦਾ ਕੀ ਪੈ ਜਾਊਗਾ ਫਰਕ ਪੈ ਜਾਊਗਾ। ਉਸੇ ਤਰ੍ਹਾਂ ਆਪਾਂ ਦੇਖ ਰਹੇ ਹਾਂ ਜਦੋਂ ਇਹਦੀ x ਆਪਣੇ ਕੋਲ ਕਿੰਨੇ ਹੋਵੇ, यानी कि ਲੈਂਥ ਕਿੰਨੀ ਹੋਵੇ ਆਪਣੇ ਕੋਲ 10 ਸੈਂਟੀਮੀਟਰ ਹੋਵੇ ਅਤੇ ਵਿਡਥ ਦੀ ਕਿੰਨੀ ਹੋਵੇ ਆਪਣੇ ਕੋਲ 6 ਹੋਵੇ, ਤਾਂ ਦੱਸੋ ਉਹਦੇ ਪੈਰੀਮੀਟਰ ਦੇ ਵਿੱਚ ਕਿੰਨਾ ਬਦਲਾਅ ਆਊਗਾ। ਵੀ ਪੈਰੀਮੀਟਰ ਹੁਣ ਇਹਦਾ ਪੈਰੀਮੀਟਰ ਕਿੰਨਾ ਹੈ ਤੇ ਜਦੋਂ ਉਹਦੀ ਲੈਂਥ ਤੇ ਬ੍ਰੈਥ ਹੋ ਗਿਆ ਫਿਰ ਪੈਰੀਮੀਟਰ ਕਿੰਨਾ ਆਊਗਾ ਅਤੇ ਫਿਰ ਉਹਦੇ ਏਰੀਆ ਵਿੱਚ ਕਿੰਨਾ ਫਰਕ ਪਊਗਾ। ਤਾਂ ਉਸੇ ਤਰ੍ਹਾਂ ਆਪਾਂ ਪਹਿਲਾ ਕੁਐਸਚਨ ਨੂੰ ਲਿਖਣ ਦੇ ਲਈ ਇਹ ਲਿਖਣਾ ਜੋ ਕੁਝ ਆਪਾਂ ਨੇ ਦਿੱਤਾ ਬਸ ਸਵਾਲ ਚ ਨੇ, ਲੈਂਥ ਆਪਾਂ ਨੇ ਦਿੱਤੀ ਪਈ ਇਹਨਾਂ ਨੇ, ਲੈਂਥ ਦੀ x ਹੈ, ਇਸੇ ਤਰ੍ਹਾਂ ਵਿਡਥ ਆਪਣੇ ਕੋਲ ਦਿੱਤੀ ਪਈ ਹੈ y। ਹੁਣ ਦੇਖੋ ਆ ਕੀ ਦਿੱਤਾ ਆਪਾਂ 3 ਸੈਂਟੀਮੀਟਰ ਮਿੰਟ, मतलब कि 1 ਮਿੰਟ ਦੇ ਵਿੱਚ ਕਿੰਨਾ ਘਟ ਰਿਹਾ ਇਹ 3 ਸੈਂਟੀਮੀਟਰ ਘਟ ਰਹੀ ਹੈ। ਕੌਣ ਕੀ ਘਟ ਰਹੀ ਹੈ ਆਪਣੇ ਕੋਲ ਲੈਂਥ, यानी कि ਲੈਂਥ ਦੇ ਵਿੱਚ ਬਦਲਾਅ ਆ ਰਿਹਾ ਹਰ ਮਿੰਟ ਦੇ ਬਾਅਦ 3 ਸੈਂਟੀਮੀਟਰ ਘਟ ਰਿਹਾ। ਜੇਕਰ ਲੈਂਥ ਦੇ ਵਿੱਚ ਬਦਲਾਅ ਆ ਰਿਹਾ ਤੇ ਹਮੇਸ਼ਾ ਆਪਣਾ ਕੀ ਹੁੰਦਾ ਹੈ, ਇਹ ਹੁੰਦਾ ਆਪਣਾ ਡੈਰੀਵੇਟਿਵ। ਤੈਨੂੰ ਆਪਾਂ ਕਿਵੇਂ ਲਿਖਾਂਗੇ dx अपॉन ਹੁਣ d मतलब ਇੱਥੇ ਕੀ ਨਾਲ ਲੱਗੂਗਾ, यानी कि ਇਹ ਬਦਲਾਅ ਹੋਊਗਾ ਕਿਹਦੇ ਹਿਸਾਬ ਨਾਲ ਬਦਲਾਅ ਹੋ ਰਿਹਾ, ਮਿੰਟ ਹਿਸਾਬ ਨਾਲ ਵੀ ਹਰ ਟਾਈਮ ਦੇ ਬਾਅਦ ਕੀ ਹੋਇਆ 3 ਸੈਂਟੀਮੀਟਰ ਘਟ ਰਹੀ ਹੈ ਤੇ ਥੱਲੇ ਕੀ ਪਾਉਂਗਾ ਟਾਈਮ मतलब ਆਪਣੀ x, यानी कि dx यानी कि x मतलब कि ਲੈਂਥ ਵਿੱਚ ਬਦਲਾਅ ਆ ਰਿਹਾ, मतलब ਕਿਹਦੇ ਵਿੱਚ x ਦੇ ਵਿੱਚ ਬਦਲਾਅ ਆ ਰਿਹਾ। ਤਾਂ x ਆਪਣੇ ਕਿੰਨੇ ਆਪਣੇ ਕੋਲ 3 ਸੈਂਟੀਮੀਟਰ ਮਿੰਟ। ਹੁਣ ਦੇਖੋ ਜਦੋਂ ਵੀ ਕਦੇ ਵਾਸਤੇ ਡਿਕਰੀਜ਼ ਹੁੰਦੀ ਆ ਤਾਂ ਉਹ ਚੀਜ਼ ਆਪਾਂ ਹਮੇਸ਼ਾ ਘਟਾਉਂਦੇ ਆ, ਜਿਹੜੀ ਚੀਜ਼ ਕਦੇ ਵਾਸਤੇ ਇੰਕਰੀਜ਼ ਹੁੰਦੀ ਆ ਉਹ ਚੀਜ਼ ਹਮੇਸ਼ਾ ਵਧਾਉਂਦੇ ਆ। ਤਾਂ ਡਿਕਰੀਜ਼ ਵਾਸਤੇ ਆ ਜਿਹੜੀ 3x ਆਪਾਂ ਨੇ ਮਿੰਟ ਕੱਢੀ ਹੈ ਇਹ ਕੀ ਕਰਨਾ ਆਪਣੇ ਘਟਾਉਣੀ ਹੈ, ਤੇ ਅੱਗੇ ਆਪਾਂ ਕੀ ਪਾਵਾਂਗੇ ਮਾਈਨਸ ਪਾ ਦੇਵਾਂਗੇ। ਠੀਕ ਹੈ ਬਾਈ। ਹੁਣ ਉਸੇ ਤਰ੍ਹਾਂ ਆਪਾਂ y ਦਾ ਕੱਢਾਂਗੇ ਤਾਂ ਉਹਦਾ ਕੀ ਬਣ ਜਾਊਗਾ dy अपॉन dt ਇਕੁਅਲ ਟੂ 2 ਸੈਂਟੀਮੀਟਰ ਮਿੰਟ। ਹੁਣ ਇੱਥੇ ਆਪਾਂ ਪਲੱਸ ਪਾਉਣਾ ਕਿਉਂਕਿ ਜਿਹੜੀ ਆਪਣੀ ਕੋਲ dy ਵਾਲੀ ਸਾਈਡ ਸੀ ਉਹ ਕੀ ਹੋ ਰਿਹਾ ਆਪਣੇ ਕੋਲ 2 ਸੈਂਟੀਮੀਟਰ ਇੰਕਰੀਜ਼ ਹੋ ਰਹੀ ਸੀ, ਉਹ ਇੰਨਾ ਸਮਝ ਲੱਗ ਗਿਆ ਆਪਣੇ ਕੋਲ। ਹੁਣ ਆਪਣਾ ਫਸਟ ਪੁਆਇੰਟ ਹੋ ਕੀ ਕਹਿੰਦਾ ਆਪਣੇ ਕੋਲ, फस्ट पॉइंट कहना पैरीमीटर ऑफ रेक्टेंगल। पैरीमीटर अपने p मान लिया। हुण पैरीमीटर का फार्मूला की हुंदा अपन सारा पता होगा 2 लेंथ प्लस ब्रेथ। देखो पैरीमीटर का फार्मूला की अपने को p इक्वल टू 2x प्लस y ये हुंदा। हुण अपन पैरीमीटर की करना है भी इहदे विच कितना पैरीमीटर हो जाएगा ਜਦੋਂ ਉਹਦੇ ਸਾਈਡਾਂ 9 ਸੈਂਟੀਮੀਟਰ ਦੇ ਹੋਣਗੀਆਂ। ਹੁਣ ਦੇਖਾਂਗੇ ਪੈਰੀਮੀਟਰ ਕਿੰਨਾ ਹੋਏਗਾ, ਇਹ ਚ ਬਦਲਾਅ ਆ ਰਿਹਾ, ਚੇਂਜ ਆਫ ਰੇਟ ਫਾਈਂਡ ਕਰਨਾ ਹੈ ਤਾਂ ਆਪਾਂ ਤਾਂ ਚੇਂਜ ਆਫ ਰੇਟ ਫਾਈਂਡ ਕਰਨਾ ਕੀ ਕਰਦੇ ਆ ਡੈਰੀਵੇਟਿਵ ਕਰਦੇ ਆ। ਤਾਂ ਕੱਢਾਂਗੇ ਪਹਿਲਾਂ ਆਪਾਂ ਡੈਰੀਵੇਟਿਵ, p ਦਾ ਡੈਰੀਵੇਟਿਵ ਕੀ ਬਣ ਜਾਊਗਾ dp अपॉन dt। ਹੁਣ ਪੈਰੀਮੀਟਰ ਕਿਸ ਹਿਸਾਬ ਨਾਲ ਚੇਂਜ ਹੋਊਗਾ ਟਾਈਮ ਦੇ ਹਿਸਾਬ ਨਾਲ ਚੇਂਜ ਹੋਊਗਾ। ਇਸੇ ਤਰ੍ਹਾਂ ਆਪਾਂ ਕੱਢਾਂਗੇ 2 ਦੇ ਇੱਕ ਕਾਂਸਟੈਂਟ ਸਹਿਮ ਤਾਂ ਹੀ ਰਹਿਣ ਦੋ, ਜਿਹੜੀ ਵਿੱਚ ਵਾਲੇ ਸਿਰਫ ਕੱਲਾ ਇਹਦਾ ਡੈਰੀਵੇਟਿਵ ਫਾਈਂਡ ਕਰੋ। x ਦਾ ਡੈਰੀਵੇਟਿਵ ਕੀ ਬਣੂਗਾ dx अपॉन dt प्लस y का की बनूगा dy अपॉन dt। ये अपना हो गया। हम इस तरह वैल्यू पुट कर देंगे थे अपन 2 dx अपॉन dt कितना से देखा अपने को -3। इस तरह dy अपॉन dt कितना से अपने को 2। जिस तरह आप सॉल्व करांगे तो सॉल्व कर कितना बन जाएगा 2 मल्टीप्लाई -1 -2।
ਜਾਣੀ ਕਿ ਜਿਹੜਾ ਇਹਦਾ ਪੈਰੀਮੀਟਰ ਹੈ, ਜੋ ਇਹਦਾ ਪੈਰੀਮੀਟਰ 'ਚ ਬਦਲਾਅ ਹੋਊਗਾ ਉਹ 2 ਸੈਂਟੀਮੀਟਰ ਹਰ ਇੱਕ 2 ਸੈਂਟੀਮੀਟਰ ਹਰ ਇੱਕ ਮਿੰਟ ਬਾਅਦ ਘਟਦਾ ਜਾਊਗਾ। ਜੇਕਰ ਇੱਥੇ ਪਲੱਸ ਆਇਆ ਫਿਰ ਤਾਂ ਮਤਲਬ ਹੈ ਵੀ ਜਿਹੜਾ ਪੈਰੀਮੀਟਰ ਉਹ ਹਮੇਸ਼ਾ ਦਾ ਵੱਧਦਾ ਜਾ ਰਿਹਾ। ਹੁਣ ਇੱਥੇ ਮਾਈਨਸ ਆ ਗਿਆ, ਇਹ ਮਤਲਬ ਹੈ ਵੀ ਹੁਣ ਇਹਦਾ ਪੈਰੀਮੀਟਰ ਕਿਉਂ ਘਟਦਾ ਜਾਊਗਾ ਹਰ ਇੱਕ ਮਿੰਟ ਦੇ ਬਾਅਦ। ਠੀਕ ਹੈ ਬਈ, ਲੱਗ ਗਿਆ ਪਤਾ। ਹੁਣ ਦੇਖੋ ਨੰਬਰ ਆਫ 2 ਆਫ ਪੁਆਇੰਟ ਕੀ ਕੱਢਾਂਗੇ, ਹੁਣ ਆਪਾਂ ਕੱਢਾਂਗੇ ਆਪਾਂ ਡੈਰੀਵੇਟਿਵ ਆਫ ਏਰੀਆ ਦਾ। ਹੁਣ ਏਰੀਆ ਦਾ ਫਾਰਮੂਲਾ ਕਿੰਨਾ ਰੈਕਟੈਂਗਲ ਆ, ਉਹ ਹੁੰਦਾ ਆਪਣੇ ਕੋਲ ਲੈਂਥ ਮਲਟੀਪਲਾਈ ਬ੍ਰੈਥ। ਲੈਂਥ ਕੀ ਆਪਣੇ ਕੋਲ ਇਹਦੀ x ਹੈ ਤੇ ਬ੍ਰੈਥ ਕੀ ਆਪਣੇ ਕੋਲ y ਹੈ। ਹੁਣ ਸੇਮ ਇਹਦੇ ਵਿੱਚ ਜੇਕਰ ਚੇਂਜ ਆਫ ਰੇਟ ਫਾਈਂਡ ਕਰਨਾ ਤਾਂ ਕੀ ਕਰਾਂਗੇ, ਡੈਰੀਵੇਟਿਵ ਫਾਈਂਡ ਕਰ ਲਾਂਗੇ ਆਪਾਂ। ਤਾਂ ਡੈਰੀਵੇਟਿਵ ਇਹਦਾ ਕੀ ਬਣੇਗਾ dA/dt। ਹੁਣ ਦੇਖੋ ਦੋ ਰਕਮਾਂ ਹਮੇਸ਼ਾ ਮਲਟੀਪਲੀਕੇਸ਼ਨ 'ਚ ਨੇ। ਹੁਣ ਮਲਟੀਪਲੀਕੇਸ਼ਨ ਦਾ ਆਪਣੇ 5ਵੇਂ ਚੈਪਟਰ ਸਿੱਖਿਆ ਹੋਇਆ ਹੈ ਕਿਵੇਂ ਕੱਢਦੇ ਆ, ਤੇ ਕਿਵੇਂ ਕੱਢਦੇ ਆ ਆਪਾਂ। ਸਭ ਤੋਂ ਪਹਿਲੀ ਵਾਰ ਆਪਾਂ ਜਿਹੜੀ ਫਸਟ ਟਰਮ ਹੈ ਉਹਦਾ ਡੈਰੀਵੇਟਿਵ ਕੱਢਾਂਗੇ, ਸੈਕੰਡ ਨੂੰ ਆਪਾਂ ਹੀ ਰੱਖਾਂਗੇ, ਯਾਨੀ ਕਿ x ਦਾ ਫਾਈਂਡ ਕਰੋ ਪਹਿਲੀ ਵਾਰ। x ਦਾ ਕੀ ਹੁੰਦਾ ਹੈ dx/dt। y ਨੂੰ ਹੁਣ ਏਰ ਪਾ ਲਓ, y ਨੂੰ ਮਲਟੀਪਲੀਕੇਸ਼ਨ 'ਚ ਹੀ ਪਾ ਲਓ। ਹੁਣ ਇਸੇ ਤਰ੍ਹਾਂ ਪਲੱਸ ਪਾ ਕੇ ਹੁਣ ਆਪਾਂ y ਦਾ ਕੱਢਾਂਗੇ ਤੇ ਹੁਣ ਆਪਾਂ x ਨੂੰ ਪਈ ਰੱਖਾਂਗੇ। ਹੁਣ ਇੱਥੇ ਆਪਾਂ y ਨੂੰ ਰੱਖਿਆ ਸੀ, ਹੁਣ ਇੱਥੇ ਆਪਾਂ x ਨੂੰ ਸੇਮ ਟੂ ਸੇਮ ਤਾਰਾਂਗੇ। ਹੁਣ ਆਪਾਂ ਕੱਢਾਂਗੇ y ਦਾ, ਤਾਂ y ਦਾ ਡੈਰੀਵੇਟਿਵ ਕੀ ਹੁੰਦਾ ਆਪਣੇ ਕੋਲ dy/dt ਹੋ ਗਿਆ। ਹੁਣ ਇਸੇ ਤਰ੍ਹਾਂ dx/dt ਕਿੰਨਾ ਸੀ ਆਪਣੇ, ਦੇਖੋ dx/dt ਕਿੰਨਾ ਸੀ ਆਪਣੇ ਕੋਲ -3 ਹੈ, -3 y ਆਪਾਂ ਹੀ ਧਾਰ ਲਵਾਂਗੇ प्लस x ਆਪਾਂ ਹੀ ਧਾਰ ਲਵਾਂਗੇ। dy/dt ਕਿੰਨਾ ਆਪਣੇ ਕੋਲ, dy/dt ਕਿੰਨਾ ਆਪਣੇ ਕੋਲ 2 ਹੈ। ਇਹਨਾਂ ਇਕੁਏਸ਼ਨ ਲਿਖਾਂਗੇ 5 का 3 -3y + 2x। ਹੁਣ ਇਹ ਕਹਿੰਦਾ ਜੇਕਰ ਇਹਦੀ ਆਪਾਂ ਨੂੰ ਸਵਾਲ 'ਚ ਪਿੱਛੇ ਨਹੀਂ ਲਿਖਿਆ ਸੀਗਾ, ਕਹਿੰਦਾ ਜੇਕਰ ਇਸ ਦੀ x ਆਪਣੇ ਕੋਲ 10 ਸੈਂਟੀਮੀਟਰ ਦੀ ਹੋਵੇ ਅਤੇ y ਆਪਣੇ ਕੋਲ 6 ਸੈਂਟੀਮੀਟਰ ਦੀ ਹੋਵੇ ਤਾਂ ਇਹਦੇ ਏਰੀਆ ਤੇ ਪੈਰੀਮੀਟਰ 'ਚ ਕਿੰਨਾ ਫਰਕ ਹੋਊਗਾ। ਹੁਣ ਪੈਰੀਮੀਟਰ 'ਚ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਈ। ਹੁਣ ਇੱਥੇ ਆਪਣੇ ਕੋਲ ਏਰੀਆ ਦੇ ਵਿੱਚ x ਤੇ y ਆਪਣੇ ਕੋਲ ਆ ਰਹੀ ਹੈ, ਤੇ ਇੱਥੇ ਆਪਾਂ ਇਹਨਾਂ ਚੀਜ਼ਾਂ ਯੂਜ਼ ਕਰਾਂਗੇ। x ਆਪਾਂ 10 ਲਗਾਵਾਂਗੇ ਤੇ y ਆਪਾਂ 6 ਸੈਂਟੀਮੀਟਰ ਲਗਾਵਾਂਗੇ। यानी कि यहाँ वैल्यू पुट कर देंगे x = 3, x = 10, y = 6। तब बन जाएगा -3 × 6 + 2 × 10। ये बन जाओ अपनी कोल -18 + 20 इनकी 2 सेंटीमीटर। ਜਾਣੀ ਕਿ ਹੁਣ ਇਹਦੇ ਵਿੱਚ ਦੇਖਿਆ ਪਲੱਸ ਦਾ ਨਿਸ਼ਾਨ ਹੈਗਾ, ਮਤਲਬ ਕਿ ਹੁਣ ਇਹਦਾ ਏਰੀਆ ਇਨਕਰੀਜ਼ ਹੁੰਦਾ ਜਾਊਗਾ। ਜੇਕਰ ਉਸ ਹਿਸਾਬ ਦੇ ਨਾਲ 2 ਸੈਂਟੀਮੀਟਰ ਲੈਂਥ ਘਟਾਉਂਦੇ ਰਹੀਏ ਤੇ ਬ੍ਰੈਥ 2 ਸੈਂਟੀਮੀਟਰ ਵਧਾਉਂਦੇ ਰਹੀਏ ਤਾਂ ਉਸ ਹਿਸਾਬ ਦੇ ਨਾਲ ਇਹਦਾ ਜਿਹੜਾ ਏਰੀਆ ਹੋਊਗਾ ਇਸ ਰੈਕਟੈਂਗਲ ਦਾ ਉਹ 2 ਸੈਂਟੀਮੀਟਰ ਦੀ ਸਕੁਅਰ ਹਰ ਇੱਕ ਮਿੰਟ ਦੇ ਬਾਅਦ ਵੱਧਦਾ ਜਾਊਗਾ। ਠੀਕ ਹੈ, ਇਹ ਆਪਣੀ ਪਹਿਲੀ ਐਗਜ਼ਾਮਪਲ ਸੀ। ਹੁਣ ਆਪਾਂ ਕਰਦੇ ਹਾਂ ਦੂਸਰੀ ਐਗਜ਼ਾਮਪਲ। ਦੇਖੋ ਦੂਸਰੀ ਐਗਜ਼ਾਮਪਲ ਕੀ ਆਂਦੀ ਹੈ, ਦਾ ਟੋਟਲ ਕੋਸਟ मतलब ਇਹਨੂੰ C ਲੈ ਰਹੇ ਨੇ ਕੋਸਟ ਨੂੰ। ਠੀਕ ਹੈ, x ਇਨ ਰੁਪਏ ਜਿੱਥੇ ਆਪਾਂ ਨੂੰ ਕੋਸਟ ਆਫ x ਇੱਕ ਕੋਸਟ ਕਿਹਦੀ ਹੈ ਇਹ ਇਜ਼ ਐਸੋਸੀਏਟਡ ਵਿਦ ਦਾ ਪ੍ਰੋਡਕਸ਼ਨ ਆਫ x ਯੂਨਿਟ ਆਫ ਐਨ ਆਈਟਮ ਇਜ਼ ਗਿਵਨ। ਯਾਨੀ ਕਿ ਕੋਈ ਵੀ ਇੱਕ ਚੀਜ਼ ਨੂੰ ਪੈਦਾ ਕਰ ਰਹੇ ਨੇ, ਉਹ ਪੈਦਾ ਕਰਨ ਵਿੱਚ ਕੀ ਮਤਲਬ ਕਿ x ਯੂਨਿਟ ਨੇ, ਮਤਲਬ ਆਪਾਂ ਕਹਿ ਦਈਏ 100 ਚੀਜ਼ਾਂ ਬਣਾ ਰਹੇ ਨੇ, 1000 ਚੀਜ਼ਾਂ ਬਣਾ ਰਹੇ ਨੇ, ਜਿੰਨੇ ਚੀਜ਼ਾਂ ਬਣਾ ਰਹੇ ਨੇ ਉਹ x ਨੇ ਆਪਣੇ ਕੋਲ। ठीक है, उनके अपन कॉस्ट दी है। हम कॉस्ट की अपन आज देती है, यानी कि अपन इक्वेशन फॉर्म दे चैनल की अपन कॉस्ट देती है। ठीक है, यदि इक्वेशन फॉर्म च तो सब तो सौखा काम अपने को यही होता है, फाइंड द मार्जिनल कॉस्ट। हम अपने कॉस्ट फाइंड करने मार्जिनल जो अपने को 3 यूनिट आर प्रोड्यूस्ड, जो अपन मतलब कि कितनी चीज़ां पैदा कीते ने उसने 3 चीज़ां पैदा कीती हों जेकर उसने, तो उसकी कॉस्ट कितनी बनेगी। वेयर बाय मार्जिनल कॉस्ट we means that instant rate of changes of the total cost at any level of output। ਵੀ ਕਿਸੇ ਵੀ ਲੈਵਲ ਤੱਕ ਆਊਟਪੁੱਟ ਜੇਕਰ ਆ ਜੇ ਤਾਂ ਉਹਦਾ ਚੇਂਜ ਆਫ ਰੇਟ ਵੀ ਕੀ ਬਣੂਗਾ ਅਤੇ ਉਹਦੀ ਕਾਸਟ ਕਿੰਨੀ ਬਣੇਗੀ ਜੇਕਰ ਉਹਦੇ ਕੋਲ 3 ਯੂਨਿਟ ਹੋਣਗੀ। ਤਾਂ ਸੇਮ ਉਸੇ ਤਰੀਕੇ ਨਾਲ ਆਪਾਂ ਫਾਈਂਡ ਕਰਾਂਗੇ। ਸਭ ਤੋਂ ਪਹਿਲੇ ਆਪਾਂ ਜਿਹੜੀ ਕਾਸਟ ਹੈ ਹੁਣ ਆਪਾਂ ਸਿਲੈਕਟ ਕਰ ਲਿਆ ਤੇ ਜਿਹੜਾ ਆਪਣੇ ਕੋਲ ਆਈਟਮ ਹੈ ਉਹਨੂੰ ਲੈਟ ਕਰ ਲਿਆ ਆਪਾਂ ਨੇ x। बस आ लाइन लिख दियो, द टोटल कॉस्ट ऑफ cx बाय द प्रोडक्शन ऑफ x यूनिट ऑफ एन आइटम लिखता। ਹੁਣ ਆਪਾਂ ਨੇ ਕਾਸਟ ਨੇ ਦਿੱਤੀ ਪਈ ਇਹਨਾਂ ਨੇ 0.05x this cube means 2
एक्स दी स्केयर प्लस 30x माइनस प्लस 5000 ਇਹ ਬਣ ਗਿਆ। ਹੁਣ ਇਹਦੇ ਦੱਸਣਾ ਵੀ ਇਹਦੇ ਵਿੱਚ ਕਿੰਨਾ ਬਦਲਾਅ ਆਊਗਾ, ਤਾਂ ਬਦਲਾਅ ਕਰਨ ਵਾਸਤੇ ਕੀ ਦੇਣਾ ਪਹਿਲਾਂ ਡੈਰੀਵੇਟਿਵ ਫਾਈਂਡ ਕਰ ਲਾਂਗੇ। ਤਾਂ dc/dx ਇਹਦਾ ਫਾਈਂਡ ਕਰੋ। ਹੁਣ ਜਿਹੜੇ ਵੇਲੇ ਕੌਂਸਟੈਂਟ ਹੁੰਦੇ ਨੇ ਆਪਣੇ ਹੀ रहेंगे, सिर्फ कल अपने x वाला डेरिवेटिव फाइंड करना है। ਇਹ ਬਣ ਜੂਗਾ 3x ਦੀ ਸਕੁਅਰ, ਪਾਵਰ ਅੱਗੇ ਆ ਜੂਗੀ ਤੇ ਪਾਵਰ ਦਾ ਹਮੇਸ਼ਾ 1 ਬਣ ਜਾਂਦਾ ਹੈ, 1 ਹਮੇਸ਼ਾ ਮਾਈਨਸ ਹੋ ਜਾਂਦੀ ਹੈ। ਸੇਮ ਇਸ ਤਰ੍ਹਾਂ ਕੱਢਾਂਗੇ। ਇਹ ਤਾਂ ਡੈਰੀਵੇਟਿਵ ਬਣ ਜੂਗਾ, ਇਹਨੂੰ ਮਲਟੀਪਲਾਈ ਕਰ ਲਓ। ਆ ਆਪਣਾ ਕੀ ਹੋਵੇਗਾ ਚੇਂਜ ਆਫ ਰੇਟ ਬਣੇਗਾ ਕਿਹਦਾ ਕਾਸਟ ਦਾ, ਵੀ ਕਾਸਟ ਦੇ ਵਿੱਚ ਇਹਦੇ ਹਿਸਾਬ ਨਾਲ ਬਦਲਾਅ ਹੁੰਦਾ ਜਾਊਗਾ। ਹੁਣ ਇਹ ਕਹਿੰਦਾ ਜੇਕਰ 3 ਯੂਨਿਟ ਹੋਵੇ ਯਾਨੀ ਕਿ ਪ੍ਰੋਡਕਸ਼ਨ ਦੀ ਕਿੰਨੀ ਹੋਵੇ 3 ਯੂਨਿਟ ਹੋਵੇ ਯਾਨੀ ਕਿ x ਆਪਣੇ ਕੋਲ ਕਿੰਨੇ ਹੋਣੇ ਤੇ 3 ਯੂਨਿਟ ਦੇ ਰੱਖਿਆ ਆਪਾਂ ਨੂੰ, ਤਾਂ ਉਹਦੀ ਕਾਸਟ ਕਿੰਨੀ ਬਣੇਗੀ। ਤਾਂ ਜੇ ਵੈਲਿਊ 'ਚ ਆਪਾਂ ਪੁੱਟ ਕਰ ਦੇਵਾਂਗੇ, ਪੁੱਟ ਕੀਤਾ ਤਾਂ ਉਹਦੀ ਕੀ ਨਿਕਲ ਜਾਏਗੀ ਕਾਸਟ ਨਿਕਲ ਜਾਏਗੀ ਬਦਲੀ ਹੋਈ। ਤੇ ਵਾਲੇ ਪੁੱਟ ਕਰਤੀ, ਇਹ ਬਣ ਜੂਗਾ ਆਪਣੇ ਕੋਲ 9, ਇਹ ਮਲਟੀਪਲਾਈ ਕਰਾਂਗੇ 0.12 30 मल्टीप्लाई कर लो 15 9 कितना होता 135। बस हम ये माइनस करो इसनूं, माइनस करांगे बन जूगा अपने कोल 015 प्लस 30 30 च ऐड कर लांगे 30.0.5। ये की बन जाएगी कॉस्ट बन जाएगी रेट ऑफ चेंज सब। ठीक है बच्चों, इन्ना समझ लग गया। हुणे अपने कुछ एग्जाम्पल कीते ने अपने जो चैप्टर दे आ जाने। हुण इन्हां चैप्टरां दे विच ही सारे अपने क्वेश्चन सॉल्व हो जाणगे। हुण आपां इहदी की करदे आ, इन्हां दियां एक्सरसाइज दे अकॉर्डिंग हुण आपां इहदियां एग्जाम्पल करदे आ। चलो बच्चों हुण आपां पहली एग्जाम्पल करदे आ। तो पहली एग्जाम्पल बिल्कुल सौखी एक्सरसाइज दी, उस हिसाब नाल कर लिओ। मैं तुहानूं दूजी एक्सरसाइज दा दूजा क्वेश्चन करवा रहा। The volume of a cube is increasing at the rate of change 8 cm the cube second. How fast is the surface area is increased when the length of the edge is 12 cm? ਹੁਣ ਇਹ ਕਹਿੰਦਾ ਇੱਕ ਆਪਣੇ ਕੋਲ ਕਿਊਬ ਹੈ। ਕਿਊਬ ਸਾਨੂੰ ਪਤਾ ਕਿਹੜੀ ਸ਼ੇਪ ਚ ਹੁੰਦਾ ਆਪਣੇ ਕੋਲ, ਇਹ ਆਪਣੇ ਕੋਲ ਕਿਊਬ ਹੁੰਦਾ ਇੱਕ। ਠੀਕ ਹੈ, ਕਹਿੰਦਾ ਵੋਲਿਊਮ ਆਫ ਅ ਕਿਊਬ ਇਜ਼ ਇਨਕਰੀਜ਼ਡ ਐਟ ਦਾ ਰੇਟ ਆਫ 8 ਸੈਂਟੀਮੀਟਰ ਦੇ ਕਿਊਬ ਹੈ, ਯਾਨੀ ਕਿ ਇਸ ਦਾ ਜਿਹੜਾ ਵੋਲਿਊਮਸ ਹੈ ਉਹ ਚੇਂਜ ਹੋ ਰਿਹਾ ਹੈ हर एक सैकेंड के बाद 8 सेंटीमीटर की क्यूब के हिसाब से चेंज हो रहा है। यानी कि आप चेंज जो वॉल्यूम दे रखा इन्होंने सब तो पहली बार क्यू का वॉल्यूम लिखो। क्यू का वॉल्यूम की होंगे, वॉल्यूम का फार्मूला अपने की होंगे एक्स की स्केयर, साइड मान लो आप लेटर दी एक्स कर ली, आ साइड अपनी एक्स है तो एक्स की क्यू बन जूगा। हुण एक तो सरफेस, सरफेस एरिया की होंगे अपने को, सरफेस एरिया ऑफ क्यूब की होंगे अपने को 6x की स्केयर। ये आप एग्जाम्पल दूसरी सब तो पहली बार की एक्सरसाइज 1 दे विच, जिस नूं याद होवे। जेकर किसी ने एक्सरसाइज 1 नहीं की तो मेरे पहले पर्दे जाके वीडियो देख सकता है। सेम क्वेश्चन ही नाल दी अपने को। हुण अपने को सवाल चलना ने 8 सेंटीमीटर कहता है वॉल्यूम ऑफ अ क्यूब इंक्रीज हो रहा है, यानी कि बदलाव पै रहा है इस, यानी कि डी डेरिवेटिव ऑफ डी अपॉन डी टी। टाइम के हिसाब से बदलाव पाऊगा तो डी टी पावांगे, यानी कि वॉल्यूम ऑफ अपन डेरिवेटिव दे रखा है 8 सेंटीमीटर क्यूब सैकेंड। ये दिता अपन सवाल च अपने ने। हुण आपां वॉल्यूम का फार्मूला लगावांगे इत्थे, यानी कि ਇਹਦਾ ਆਪਾਂ ਕੀ ਕਰਾਂਗੇ ਡੈਰੀਵੇਟਿਵ ਫਾਈਂਡ ਕਰਾਂਗੇ। ਆਪਾਂ ਤੇ ਇਹਦਾ ਡੈਰੀਵੇਟਿਵ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ dv upon dt ਇਕੁਅਲ ਟੂ ਇਹਦਾ ਡੈਰੀਵੇਟਿਵ ਫਾਈਂਡ ਕਰਾਂਗੇ ਕੀ ਬਣੂਗਾ 3x ਦੀ ਸਕੁਅਰ। ਇਹ ਫਾਰਮੂਲਾ ਬਣ ਜੂਗਾ ਇਹਦਾ। ਤੇ x ਦਾ ਫਾਰਮੂਲਾ ਕੀ ਬਣੂਗਾ ਆਪਣੇ ਕੋਲ x ਦਾ ਡੈਰੀਵੇਟਿਵ ਉਹ ਬਣ ਜਾਏਗਾ dx upon dt। ਇੰਨਾ ਬਣ ਜੂਗਾ ਆਪਣੇ ਕੋਲ। ਹੁਣ ਦੇਖੋ ਇਹਦੇ ਵਿੱਚ ਆਪਾਂ ਫਾਈਂਡ ਕਰਾਂਗੇ ਵੀ ਜਿਹੜੇ ਵੋਲਿਊਮਸ ਹੈ ਉਹਦੇ ਵਿੱਚ ਬਦਲਾਅ ਹੋ ਰਿਹਾ 8 ਸੈਂਟੀਮੀਟਰ ਹਿਸਾਬ ਨਾਲ। ਹੁਣ ਜੇਕਰ ਦੀ ਸਾਈਡ ਹੈ, ਸਾਈਡ ਦੇ ਵਿੱਚ ਕਿੰਨਾ ਬਦਲਾਅ ਹੋ ਰਿਹਾ ਟਾਈਮ ਦੇ ਹਿਸਾਬ ਨਾਲ, ਵੀ ਸਾਈਡ ਕਿੰਨੀ ਇੰਕਰੀਜ਼ ਹੋ ਰਹੀ ਹੈ, ਵੀ ਹਰ ਸੈਕਿੰਡ ਦੇ ਬਾਅਦ ਕਿੰਨੀ ਇੰਕਰੀਜ਼ ਹੋਵੇਗੀ। ਤਾਂ ਆਪਾਂ ਨੇ ਕੀ ਫਾਈਂਡ ਕਰਨਾ ਰੇਟ ਆਫ ਚੇਂਜ ਆਫ
एज फाइंड करनी बी एज की बनी गई अपने को किन्नी वधदी जाऊगी किन्नी इहदी घटदी जाऊगी। सेम हुण आपां देखो डेरिवेटिव दा अपन वॉल्यूम दे रखा ने किन्ना अपने को 8 सेंटीमीटर तो अपन 8 पुट करता रे 3x स्क्वायर इत्थे पुट करता अपने dx अपॉन dt। हुण यह वैल्यू चक इधर लियावांगे x अपॉन सारी वैल्यू चक नीचे आ जाऊगी dx अपॉन dt, जाने कि जिहड़ी इसकी एज दे विच बदलाव हो रहा है वो कितना हो रहा है x अपॉन 3x दी स्क्वायर 8 अपॉन 3x दी स्क्वायर, यानी कि ये x दे विच जिहड़ा बदलाव हो रहा है एज दे जिहड़ा बदलाव हो रहा है कितना हो रहा है 8 अपॉन x दी स्क्वायर। इन्ना हो गया। हुण आपां फाइंड करांगे इसदी सरफेस एरिया दा। सरफेस एरिया की फार्मूला हुंदा है अपने कोल 6 एज दी स्क्वायर। डेरिवेटिव फाइंड करांगे तो आपां तां ds अपॉन dt ये करांगे 6 मल्टीप्लाई 2 मल्टीप्लाई x 2 अगे आ जाऊगा तो x का फाइंड करांगे dx अपॉन dt। इन्ना बन जाऊगा अपने को। हुण इस वैल्यू पुट करांगे ते आपां वैल्यू की पुट करनी अपने आ बन जाऊगा 12x dx अपॉन dt। देखो बच्चों सरफेस एरिया डेरिवेटिव ऑफ सरफेस एरिया कितना अपने को बन गया सीगा 12x dx अपॉन dt। हुण अपन dt दी वैल्यू dx अपॉन dt वैल्यू पिछे अपन फाइंड करते सी कितनी है अपने को इस देखो ये वैल्यू से dx अपॉन dt दी ये वैल्यू पुट करांगे 8 अपॉन 3x दी स्क्वायर। हुण कैंसिल करो देखो 3 ना अपना 12 कैंसिल जाऊगा तो x स्क्वायर ना अपनी x कैंसिल जाऊगी तो की बच गया अपने को 4 8 कितना बन जाएगा 32 एक अपने को x बच गया। हुण अपन सवाल च कहंदा सीगा कहना जो लेंथ ऑफ दी एज कितने 12 सेंटीमीटर होगा तो सरफेस एरिया कितना होगा, यानी कि अपने को x कितने थे अपने को लेंथ कितनी अपने को 12 है x से अपने को 12 है तो वैल्यू पुट कर देंगे 32 अपॉन 12 तेन कैंसिल कर दो आंसर पॉइंट से कट लो जा अपने को बटे अपॉन ची रहने दो तो 4 तक कैंसिल किया 3 तो 4 तक कैंसिल किया 8 तक कितना हुआ 8 अपॉन 3 सेंटीमीटर दी क्यूब अपॉन सेंटीमीटर दी स्क्वायर अपॉन सेकंड, यानी कि हर एक सेकंड के बाद ਇਹਦਾ ਜਿਹੜਾ ਸਰਫੇਸ ਏਰੀਆ ਕਿੰਨਾ ਇੰਕਰੀਜ਼ ਹੁੰਦਾ ਜਾਊਗਾ ਆਪਣੇ ਕੋਲ 8/3x। ਠੀਕ ਹੈ ਇਹਦਾ ਸਰਫੇਸ ਏਰੀਆ ਦੇ ਵਿੱਚ ਜਿਹੜਾ ਬਦਲਾਅ ਆਉਂਦਾ ਜਾਊਗਾ। ਸੋ ਇਹ ਆਪਣੀ ਪਹਿਲੀ ਐਗਜ਼ਾਮਪਲ ਸੀ ਆਪਣੇ ਕੋਲ। ਹੁਣ ਸੈਕੰਡ ਐਗਜ਼ਾਮਪਲ ਦੇਖੋ ਆਪਣੀ the radius of a circle is increasing uniformly at the rate of 3 centimeters। ਹੁਣ ਦੇਖੋ radius ਦਾ increase ਹੋ ਰਿਹਾ ਹੈ ਸਰਕਲ ਦਾ ਕੀ ਹੋ ਰਿਹਾ ਹੈ radius increase ਹੋ ਰਿਹਾ ਯਾਨੀ ਕਿ ਬਦਲਾਅ ਆ ਰਿਹਾ ਹੈ ਤਾਂ radius ਦੇ ਵਿੱਚ ਕੀ ਕਰਾਂਗੇ dr/dt ਜਿਹਦੇ ਵਿੱਚ ਬਦਲਾਅ ਹੁੰਦਾ ਹਮੇਸ਼ਾ ਡੈਰੀਵੇਟਿਵ ਹੀ ਹੁੰਦਾ ਆਪਣੇ ਕੋਲ 3 ਸੈਂਟੀਮੀਟਰ ਦੀ ਸਕੁਅਰ। ਹੁਣ ਕਹਿੰਦੇ फाइंड द रेट ऑफ विच द एरिया ऑफ सर्कल इज इंक्रीजिंग व्हेन द रेडियस इज 4 12। ਹੁਣ ਕਹਿੰਦੇ एरिया फाइंड करना ਆਪਾਂ ने भी एरिया ਵਿੱਚ ਕਿੰਨਾ ਬਦਲਾਅ ਆਊਗਾ ਤਾਂ ਸਭ ਤੋਂ ਪਹਿਲੇ ਆਪਾਂ एरिया ਲਿਖਾਂਗੇ। एरिया ਫਾਰਮੂਲਾ ਕੀ ਹੁੰਦਾ ਆਪਣੇ ਕੋਲ पाई x r ਦੀ ਸਕੁਅਰ। ਹੁਣ ਜੇ ਬਦਲਾਅ ਚੈੱਕ ਕਰਨਾ ਹੈ ਤਾਂ ਆਪਾਂ ਡੈਰੀਵੇਟਿਵ फाइंड करना ਪਊਗਾ 2 पाई r मल्टीप्लाई r का फाइंड करेंगे dr/dt ये बन जाऊगा। वैल्यू पुट कर दो अपने को dr/dt अपने पिछे सवाल दिता पैसे कितना 3 सीगा तो 3 पुट कर दो 2 पाई r मल्टीप्लाई 3 6 पाई r। हुण अपन r की वैल्यू ने गिवन दे रखी है कहना जो सर्कल का एरिया कितना इंक्रीज होगा जो रेडियस का कितना 10 सेंटीमीटर होगा तो आप 10 पुट कर देते यानी कि x अपन की दे रखा है इन्होंने 10 सेंटीमीटर तो 10 के अकॉर्डिंग कितना बन जाएगा अपने को 60 पाई यानी कि 60 पाई के हिसाब से एरिया इंक्रीज होता जाऊगा जेकर आप रेडियस का आप 10 लेवांगे। ठीक है सैकंड एग्जांपल देखो जी अपनी हुण नेक्स्ट एग्जांपल एंड एज ऑफ द वेरिएबल ऑफ क्यू इज इंक्रीजिंग एट द रेट ऑफ 3 सेंटीमीटर। इसके होंगे की यार है एक हो सकता है कि क्यू है अपने को जो पिछला किया सपा ने की कहते एज दी इंक्रीज हो रही है किस हिसाब नाल हर सैकंड में 3 सेंटीमीटर एज लैटर कर लिया अपने दी एक्स यानी कि एक्स है इंक्रीज हो रही है कि यानी कि साइड की हो रहा है एच के बदलाव हो रहा है तो की अपने को डेरीवेटिव है जो 3x है अपने को की है डेरीवेटिव है तो dx/dt कितना 3 सेंटीमीटर।
ਕਹਿੰਦਾ ਹਾਊ ਫਾਸਟ ਦਾ ਵੋਲਿਊਮ ਆਫ ਅ ਕਿਊਬ ਇਜ਼ ਇੰਕਰੀਜ਼ਿੰਗ ਵੈਨ ਦਾ ਐਜ ਇਜ਼ 10 ਸੈਂਟੀਮੀਟਰ। ਜਦੋਂ ਕਹਿੰਦਾ ਐਜ ਆਪਣੇ ਕੋਲ 10 ਸੈਂਟੀਮੀਟਰ ਦੀ ਹੋ ਜਾਵੇ ਤਾਂ ਵੋਲਿਊਮ ਦੇ ਵਿੱਚ ਕਿੰਨਾ ਬਦਲਾਅ ਹੋਊਗਾ, ਕਿੰਨਾ ਇੰਕਰੀਜ਼ ਹੋਊਗਾ। ਤਾਂ ਵੋਲਿਊਮ ਦਾ ਫਾਰਮੂਲਾ ਲਗਾਵਾਂਗੇ ਇਸਦਾ ਆਪਾਂ। ਹੁਣ ਵੋਲਿਊਮ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ, ਸਾਈਡ ਦੀ ਕਿਊਬ ਹੁੰਦਾ, ਲਗਾਓ ਫਾਰਮੂਲਾ ਇਹਦਾ dv/dt, ਇਹ ਬਣ ਜਾਊਗਾ 3x ਦੀ ਸਕੁਅਰ, ਨਾਲ ਆਪਾਂ ਕੱਢਾਂਗੇ ਹੁਣ ਆਪਾਂ x ਦਾ x ਡੈਰੀਵੇਟਿਵ ਕੀ ਹੁੰਦਾ dx/dt, dx/dt ਦਾ ਆਪਾਂ ਵੈਲਿਊ ਪੁੱਟ ਕਰਾਂਗੇ ਇੱਥੋਂ ਆਪਾਂ ਜੋ ਆਪਾਂ ਨੂੰ ਗਿਵਨ ਦਿੱਤੀ ਸਵਾਲ ਜਾਣਨੇ 3x ਸਕੁਅਰ ਮਲਟੀਪਲਾਈ 3 ਤੇ ਕਿੰਨਾ ਬਣ ਜਾ ਆਪਣੇ ਕੋਲ ਇਹ ਬਣ ਜਾਊਗਾ ਆਪਣੇ ਕੋਲ 9x ਦੀ ਸਕੁਅਰ। ਹੁਣ ਆ ਕੀ ਬਣ ਗਿਆ, ਡੈਰੀਵੇਟਿਵ ਚ ਬਦਲਾਅ ਇਸ ਹਿਸਾਬ ਨਾਲ ਹੁੰਦਾ ਹੋਊਗਾ। ਕਹਿੰਦਾ ਜਦੋਂ 10 ਸੈਂਟੀਮੀਟਰ ਦੀ ਇਸ ਦੀ ਕੀ ਹੋਵੇ ਆਪਣੇ ਕੋਲ ਐਜ ਹੋਵੇ ਤਾਂ ਏਰੀਆ ਇਹਦਾ ਜਾਂ ਇਹਦੇ ਵੋਲਿਊਮ ਇਸ ਦਾ ਕਿਊਬ ਦੀ ਉਹ ਕਿੰਨੀ ਇੰਕਰੀਜ਼ ਹੋ ਜਾਵੇਗੀ, ਯਾਨੀ ਕਿ x ਆਪਣੇ ਕੋਲ ਕੀ ਇੱਥੇ ਆਪਣੇ ਕੋਲ 10 ਸੈਂਟੀਮੀਟਰ, 10 ਸੈਂਟੀਮੀਟਰ ਚ ਪੁੱਟ ਕਰ ਦਾਂਗੇ ਆਪਾਂ 99 ਮਲਟੀਪਲਾਈ x ਦੀ ਸਕੁਅਰ 9 ਮਲਟੀਪਲਾਈ 100 कितना बन जाएगा 900। ठीक है बच्चों, आगे समझ सम बिल्कुल सौखे ने, बस अपन याद रखना है डेरिवेटिव किहड़ा फाइंड करना है, की च बदलाव हो रहा है, किहड़ा अपने को चेंज ऑफ रेट बनूगा अपने को। हुण आपां करदे नैक्सट एग्जांपल जी आपां कहंदा स्टोन ये अपने को एक्सरसाइज दे सवाल है, मैं सुन एक्सरसाइज करवाया नहीं, मैं सुन चलो इत्थे करवा दूं सामने। ठीक है अपना ये सामने देखो ध्यान नाल की जांदा ने आ स्टोन इज ड्रॉप्ड इनटू अ क्यूट लेक। कहंदे एक लेक दे विच मान लो अपने को लेक है, ਇਹਦੇ ਵਿੱਚ ਆਪਾਂ ਨੇ ਇੱਕ ਪੱਥਰ ਡਿੱਗੇ, ਜੇ ਪੱਥਰ ਡਿੱਗਦਾ ਤਾਂ ਹਮੇਸ਼ਾ ਇੱਕ ਸਰਕਲ ਫਾਰਮ 'ਚ ਆਇਆ ਕਰਦਾ ਨਾ, ਐ ਸਰਕਲ ਫਾਰਮ ਦੇ ਵਿੱਚ ਅੱਗੇ ਵਧੇਗਾ। ਕਹਿੰਦੇ ਜਿਹੜੀ ਵੇਵਸ ਨੇ ਜਿਹੜੇ ਤੇ ਲਹਿਰਾਂ ਨੇ ਆ ਜਿਹੜੇ ਸਰਕਲ ਫਾਰਮ 'ਚ ਲਹਿਰਾਂ ਬਣਦੀਆਂ ਨੇ ਉਹ ਸਰਕਲ ਦੀਆਂ ਉਹ ਕਿੰਨੇ ਯਾਨੀ ਕਿ ਸਪੀਡ ਜਾ ਰਹੀਆਂ ਨੇ, ਉਹ 2 ਸੈਂਟੀਮੀਟਰ ਹਰ ਇੱਕ ਸੈਕਿੰਡ ਦੇ ਵਿੱਚ 5 ਸੈਂਟੀਮੀਟਰ ਦੇ ਵਿੱਚ ਕੀ ਜਾ ਰਹੀਆਂ ਨੇ, ਯਾਨੀ ਕਿ ਆਪਾਂ ਨੂੰ ਸਪੀਡ ਦੇ ਰੱਖੀ ਹੈ ਵੀ ਆ ਜਿਹੜੇ ਲਹਿਰਾਂ ਨੇ ਇਹ ਕਿੰਨੇ ਸੈਂਟੀਮੀਟਰ ਜਾ ਰਹੀਆਂ ਨੇ, ਇਹ 5 ਸੈਂਟੀਮੀਟਰ ਹਿਸਾਬ ਨਾਲ ਆਪਣੇ ਕੋਲ ਜਾ ਰਹੀਆਂ ਨੇ। ਐਟ ਦਾ ਇੰਸਟੈਂਟ when the radius of a circular waves is 8 centimeter, ਕਹਿੰਦੇ ਜੋ ਰੇਡੀਅਸ ਸਰਕਲ ਦਾ 8 ਸੈਂਟੀਮੀਟਰ ਹੋਵੇ ਤਾਂ ਹਾਊ ਫਾਸਟ ਦਾ ਏਰੀਆ ਇੰਕਰੀਜ਼, ਤਾਂ ਏਰੀਆ ਤੇ ਕਿੰਨਾ ਇੰਕਰੀਜ਼ ਹੋ ਜਾਏ। ਹੁਣ ਆਪਣਾ ਦੇਖੋ ਇਹ ਕੀ ਕਹਿ ਰਿਹਾ ਸੀਗਾ, ਕਹਿੰਦਾ ਹਰ ਇੱਕ ਸੈਂਟੀਮੀਟਰ ਦੇ ਬਾਅਦ 5 ਸੈਂਟੀਮੀਟਰ ਕੀ ਸਪੀਡ ਬਣ ਰਹੀ ਇੰਕਰੀਜ਼ ਹੋ ਰਹੀ ਦੀ, ਯਾਨੀ ਕਿ ਇੱਥੇ ਮੰਨ ਲਓ ਹੁਣ 3 ਦੀ ਫਿਰ 5 ਦੇ ਜੀ ਕੀ 7 ਦਿਓ ਜੀ, ਯਾਨੀ ਕਿ ਇਹਦਾ ਕੀ ਇੰਕਰੀਜ਼ ਹੋ ਰਿਹਾ, ਇਹਦਾ ਰੇਡੀਅਸ ਇੰਕਰੀਜ਼ ਹੋ ਰਿਹਾ, ਯਾਨੀ ਕਿ ਹਰ ਇੱਕ ਸੈਕਿੰਡ ਦੇ ਬਾਅਦ ਇਹਦਾ ਕੀ ਬਣਾ ਰੇਡੀਅਸ ਇੰਕਰੀਜ਼ ਹੁੰਦਾ ਜਾ ਰਿਹਾ। ਤਾਂ ਆਪਾਂ ਨੂੰ ਆ ਤਾਂ ਕੀ ਹੈ ਚੇਂਜ ਆਫ ਰੇਟ ਔਨ ਰੇਡੀਅਸ ਦਿੱਤਾ ਆਪਣੇ ਸਵਾਲ ਚ ਨੇ, रेडियस अपने लट कर लिया आर, तो आ जी 5 सेंटीमीटर की अपने को रेडियस है 5 सेंटीमीटर। ये अपने सवाल हूँ जेकर मान लो अपने भी एरिया कितना बदलाव होगा किन्ने 10 सेंटीमीटर हिसाब नाल तक वो अपन फाइंड करना चेंज ऑफ रेट, तो की फाइंड करांगे तो आप एरिया फाइंड कर लो। एरिया फार्मूला की अपने को सर्कल का पाई आर दी स्क्वायर, फाइंड करो चेंज ऑफ रेट डी A/dt 2 पाई आर, आर का फाइंड करांगे dr/dt यही बन जाएगा। हूँ उसी तरह आप वैल्यू पुट करांगे dr/dt की अपने फाइंड किया अपने 2 पाई आर मल्टीप्लाई 5, ये बन जाएगा 10 पाई आर, ये बन गया अपने को। हूँ कहता जो इस सर्कल की वेव का रेडियस कितना बन 8 बन जाए तो इसका एरिया कितना होगा, तो आप एक्स वैल्यू की देखने आप 8 दे रखी है, तो आप 8 वैल्यू पुट कर देंगे तो कितना बन जाएगा अपने को 80 पाई। एक ही बन जाएगा एरिया ऑफ अ सर्कल रेट ऑफ चेंज हिसाब लगा बच्चे पता बच्चों। चलो इसे अपने सवाल कुछ एक्सरसाइज के जो आप कीते, ठीक है। हम इस तरह आप नैक्सट पार्ट लैके आवांगे जो आप सवाल लगे करांगे। आशा तुहानूं ये एक्सरसाइज वधिया लगी होगी, जेकर तुहानूं वधिया लगी है तो मेरे चैनल नूं हुण लाइक करके सबसक्राइब कर लो और बैल आइकन दब लो ताकि मेरे वीडियो की आने वाली हर एक नोटिफिकेशन तुहाडे तक पहुँच सके। और मेरे चैनल नूं वध तो वध लाइक और कमेंट्स भी करो ताकि मैनूं वध तो वध मोटिवेट्स मिले इन्हां चीज़ां तों। धन्यवाद सारिआं दा।